ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਮਸੀਹ ਦੇ ਜਲਾਲੀ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਦਿਸ਼ਾ ਪਰਿਵਰਤਨ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਦੋਸਤੋ, ਦਿਸ਼ਾ ਪਰਿਵਰਤਨ ਦੇ ਅਧੀਨ ਅੱਜ ਤੋਂ ਅਸੀਂ ਇੱਕ ਨਵੀਂ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਲੜੀ ਦਾ ਨਾਮ ਹੈ ਕਿਰਪਾ ਦੁਆਰਾ ਫੜੇ ਜਾਣਾ। ਦੋਸਤੋ, ਕਿਰਪਾ ਪਰਮੇਸ਼ਰ ਦਾ ਇੱਕ ਮਹਾਨ ਗੁਣ ਹੈ। ਇਹ ਇੱਕ ਬੜੀ ਸੁਖਦ ਅਤੇ ਹੈਰਾਨ ਕਰਨ ਵਾਲੀ ਗੱਲ ਹੈ, ਕਿਉਂਕਿ ਇਸ ਦੇ ਦੁਆਰਾ ਪਰਮੇਸ਼ਰ ਆਪਣੇ ਪ੍ਰੇਮ ਨੂੰ ਨਾ ਸਿਰਫ ਸਾਡੇ ਉੱਤੇ ਪ੍ਰਗਟ ਕਰਦਾ, ਬਲਕਿ ਸਾਨੂੰ ਇਸ ਤੋਂ ਉਸ ਦੀ ਮਹਾਨਤਾ ਬਾਰੇ ਵੀ ਪਤਾ ਚੱਲਦਾ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਵੇਂ ਪਰਮੇਸ਼ਰ ਕਿਰਪਾ ਦੇ ਦੁਆਰਾ ਸਾਡੇ ਜੀਵਨਾਂ ਨੂੰ ਛੂੰਹਦਾ ਹੈ ਅਤੇ ਉਹਨਾਂ ਵਿੱਚੋਂ ਇੱਕ ਵੱਡਾ ਬਦਲਾਵ ਲੈ ਕੇ ਆਉਂਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਰਪਾ ਦੇ ਬਾਰੇ ਵੇਖਦੇ ਹੋਏ ਉਹਨਾਂ ਲੋਕਾਂ ਦੇ ਬਾਰੇ ਵੀ ਵੇਖਾਂਗੇ ਜਿਨ੍ਹਾਂ ਨੇ ਇਸ ਅਦਭੁਤ ਕਿਰਪਾ ਦੇ ਸਵਾਦ ਨੂੰ ਚੱਖਿਆ ਹੈ ਅਤੇ ਇਸ ਦਾ ਉਹਨਾਂ ਦੇ ਜੀਵਨਾਂ ਵਿੱਚ ਬਹੁਤ ਵੱਡਾ ਅਸਰ ਹੋਇਆ ਹੈ। ਯਹੂਨਾ ਦੀ ਇੰਜੀਲ ਉਹਦੇ 3 ਅਧਿਆਇ ਦੀ 16 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਿਉਂਕਿ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਭਾਵ ਯਿਸੂ ਮਸੀਹ ਬਖਸ਼ ਦਿੱਤਾ। ਦੋਸਤੋ, ਕੀ ਤੁਹਾਨੂੰ ਸੰਸਾਰ ਦੇ ਵਿੱਚ ਕਿਰਪਾ ਦਾ ਇਸ ਤੋਂ ਮਹਾਨ ਉਦਾਹਰਣ ਕਿਤੇ ਹੋਰ ਵਿਖਾਈ ਦਿੰਦਾ ਹੈ? ਦੋਸਤੋ, ਅਸੀਂ ਪਰਮੇਸ਼ਵਰ ਤੋਂ ਦੂਰ ਸੀ। ਅਸੀਂ ਪਾਪ ਵਿੱਚ ਫਸੇ ਹੋਏ ਸੀ। ਪਾਪ ਕਰਕੇ ਸਾਡੇ ਉੱਤੇ ਮੌਤ ਦੀ ਤਲਵਾਰ ਲਟਕ ਰਹੀ ਸੀ। ਸਾਡੇ ਲਈ ਕੋਈ ਉਮੀਦ ਨਹੀਂ ਸੀ, ਪਰ ਪਰਮੇਸ਼ਵਰ ਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਸਾਡੇ ਪਾਪਾਂ ਤੋਂ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਹਮੇਸ਼ਾ ਦੇ ਲਈ ਛੁਟਕਾਰਾ ਦਿੱਤਾ। ਹੈ ਨਾ ਹੈਰਾਨ ਕਰਨ ਵਾਲੀ ਗੱਲ? ਪਰਮੇਸ਼ਵਰ ਦੀ ਕਿਰਪਾ। ਕੀ ਤੁਸੀਂ ਮੇਰੇ ਨਾਲ ਇਸ ਮਹਾਨ ਕਿਰਪਾ ਦੀ ਡੂੰਘਾਈ ਅਤੇ ਚੌੜਾਈ ਨੂੰ ਅਨੁਭਵ ਨਹੀਂ ਕਰਨਾ ਚਾਹੋਗੇ? ਤਾਂ ਆਓ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਰਪਾ ਦੇ ਦੁਆਰਾ ਫੜੇ ਜਾਣਾ। ਆਓ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣੀਏ ਡਾਕਟਰ ਡੇਵਿਡ ਜਰਮਾਇਆ ਦੁਆਰਾ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮੇਰੀ ਮਦਦ ਨੂੰ ਰੱਬ ਆਪ ਹੀ ਆਇਆ, ਮੇਰੀ ਮਦਦ ਨੂੰ ਰੱਬ ਆਪ ਹੀ ਆਇਆ, ਜਿਹਨੇ ਧਰਤੀ ਆਕਾਸ਼ ਬਣਾਇਆ, ਤੇਰੇ ਪੈਰਾਂ ਨੂੰ ਦੇਵੇ ਖੁਲਾਰਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ।
अखियां चुकना मैं पल पहाड़ा मदद लई मैं किसनू पुकारा दीने सूरज ना तैनू सतावे दीने सूरज ना तैनू सतावे राती चन भी ना कुछ दुख पहुंचावे खौफ खावेगा ना विच उजाड़ा मदद लई मैं किसनू पुकारा ਦੋਸਤੋ ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ 'ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਮੇਰੀ ਇੱਛਾ ਹੈ ਕਿ ਅੱਜ ਮੈਂ ਆਪ ਦੀ ਮਦਦ ਪਰਮੇਸ਼ਰ ਦੀ ਕਿਰਪਾ ਦੀ ਮਹਾਨਤਾ ਨੂੰ ਸਮਝਣ ਵਿੱਚ ਕਰ ਸਕਾਂ ਤਾਂ ਕਿ ਆਪ ਜਾਣ ਸਕੋ ਕਿ ਇਸ ਪਰਮੇਸ਼ਰ ਦੀ ਕਿਰਪਾ ਨੇ ਕਿਸ ਤਰ੍ਹਾਂ ਸਾਡੇ ਸਭਨਾਂ ਦੇ ਜੀਵਨਾਂ ਨੂੰ ਛੂਹਿਆ ਹੈ। ਮੇਰੀ ਇੱਛਾ ਹੈ ਕਿ ਆਪ ਜਾਣ ਲਵੋ ਕਿ ਇਹ ਕਿਵੇਂ ਸਾਡੇ ਸਭਨਾਂ ਦੇ ਜੀਵਨਾਂ ਨੂੰ ਛੂਹਣਾ ਚਾਹੁੰਦੀ ਹੈ। ਜੇਕਰ ਇਸ ਨੇ ਅੱਜ ਹੀ ਛੂਹਿਆ ਹੈ, ਮੈਂ ਆਰੰਭ ਵਿੱਚ ਆਪ ਨੂੰ ਕੁਝ ਸਮੇਂ ਪਹਿਲਾਂ ਬੀਤੀ ਇੱਕ ਘਟਨਾ ਬਾਰੇ ਦੱਸਣਾ ਚਾਹੁੰਦਾ ਹਾਂ। ਪਿੱਛੇ ਸਿਆਲ ਦੀ ਠੰਡ ਜ਼ੋਰ ਫੜਨ ਹੀ ਲੱਗੀ ਸੀ। ਧੁੰਦ ਕਾਫੀ ਗਹਿਰੀ ਹੋਣ ਲੱਗੀ ਸੀ। ਰਜੀਆ ਆਪਣੀ ਭਤੀਜੀ ਦੇ ਸਕੂਲ ਉਸ ਦੇ ਸਕੂਲ ਦੇ ਸਾਲਾਨਾ ਪ੍ਰੋਗਰਾਮ ਵਿੱਚ ਉਸ ਦੇ ਸੰਗੀਤ ਨੂੰ ਸੁਣਨ ਤੋਂ ਬਾਅਦ ਆਪਣੀ ਮੋਪੜ ਉੱਤੇ ਘਰ ਵਾਪਸ ਆ ਰਹੀ ਸੀ। ਅਚਾਨਕ ਜਦੋਂ ਉਹ ਅਗਲੇ ਪਿੰਡ ਦੇ ਚੁਰਾਹੇ ਤੇ ਪੁੱਜੀ ਤਦ ਦੋ ਮੋਟਰਸਾਈਕਲ ਸਵਾਰ ਬਹੁਤ ਤੇਜ਼ ਰਫ਼ਤਾਰ ਨਾਲ ਕਿਸੇ ਔਰਤ ਦੇ ਗਹਿਣੇ ਖੋਹ ਕੇ ਭੱਜ ਰਹੇ ਸਨ। ਠੀਕ ਉਸ ਚੁਰਾਹੇ ਵਿੱਚ ਉਹਨਾਂ ਨੇ ਰਜੀਆ ਦੀ ਮੋਪੜ ਨੂੰ ਟੱਕਰ ਮਾਰੀ। ਉਹ ਡਿੱਗ ਕੇ ਬੇਹੋਸ਼ ਹੋ ਗਈ। ਉਸ ਦੀ ਸੱਜੀ ਲੱਤ ਟੁੱਟ ਗਈ। ਉਸ ਦਾ ਚਿਹਰਾ ਛਿੱਲਿਆ ਗਿਆ। ਹੇਠਲੇ ਜਬੜੇ ਦੀ ਹੱਡੀ ਟੁੱਟ ਗਈ। ਉਹ 6 ਮਹੀਨੇ ਹਸਪਤਾਲ ਵਿੱਚ ਰਹੀ। ਉਹ ਦੋਵੇਂ ਜੋ ਲੜਕੇ ਆਪਣੇ ਮੋਟਰਸਾਈਕਲ ਦੀ ਟੱਕਰ ਰਜੀਆ ਨੂੰ ਮਾਰ ਕੇ ਭੱਜ ਨਿਕਲਣ ਦੀ ਕੋਸ਼ਿਸ਼ ਵਿੱਚ ਸਨ, ਪੁਲਿਸ ਦੁਆਰਾ ਪਕੜੇ ਗਏ। ਮੁੱਖ ਦੋਸ਼ੀ ਸ਼ਾਮਾ ਅਤੇ ਰਜੀਆ ਦੀ ਮੁਲਾਕਾਤ ਪਹਿਲੀ ਵਾਰ ਅਦਾਲਤ ਵਿੱਚ 15 ਅਗਸਤ ਨੂੰ ਹੋਈ। ਉਸ ਦਿਨ ਸ਼ਾਮੇ ਨੇ ਕਸੂਰਵਾਰ ਨਾ ਹੋਣ ਦੀ ਅਰਜੀ ਦਿੱਤੀ ਹੋਈ ਸੀ। ਉਸ ਨੂੰ ਜੱਜ ਨੇ ਸਿਰਫ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਕੀ ਆਪ ਜਾਣਦੇ ਹੋ ਕਿਉਂ? ਕਿਉਂਕਿ ਇਹ ਸਭ ਰਜੀਆ ਦੇ ਬਿਆਨਾਂ ਕਰਕੇ ਹੋਇਆ ਸੀ। ਉਹ ਅਦਾਲਤ ਵਿੱਚ ਸ਼ਾਮੇ ਕੋਲ ਗਏ। ਉਸ ਨੇ ਸਿਸਕੀਆਂ ਭਰਦੇ ਸ਼ਾਮੇ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਆਖਣ ਲੱਗੀ, ਮੈਂ ਤੈਨੂੰ ਮਾਫ ਕੀਤਾ। ਉਸ ਨੇ ਤਾਂ ਉਸ ਲਈ ਬਾਕੀ ਜੀਵਨ ਵਿੱਚ ਸ਼ੁਭ ਕਾਮਨਾਵਾਂ ਹੀ ਦਿੱਤੀਆਂ। ਇਹ ਵੇਖ ਕੇ ਅਦਾਲਤ ਵਿੱਚ ਮੌਜੂਦ ਸਾਰੇ ਲੋਕ ਅਤੇ ਸ਼ਾਮੇ ਦੇ ਵਕੀਲ ਵੀ ਹੰਝੂ ਵਹਾਉਣ ਲੱਗੇ। ਸਭ ਲੋਕ ਕਹਿਣ ਲੱਗੇ, ਇਹ ਤਾਂ ਕਿਰਪਾ ਦਾ ਪਲ ਹੀ ਹੈ, ਕਿਰਪਾ ਦਾ ਪਲ। ਸੱਚਮੁੱਚ ਇਹ ਤਾਂ ਕਿਰਪਾ ਦਾ ਪਲ ਹੀ ਸੀ। ਮੈਂ ਤੁਹਾਡੇ ਬਾਰੇ ਤਾਂ ਨਹੀਂ ਜਾਣਦਾ, ਪਰ ਜਦੋਂ ਵੀ ਅਸੀਂ ਇਹੋ ਜਿਹੀ ਕਹਾਣੀ ਸੁਣਦੇ ਹਾਂ, ਮੈਂ ਨਹੀਂ ਜਾਣਦਾ ਇਸ ਬਾਰੇ ਕੀ ਕੀਤਾ ਜਾਵੇ। ਮੇਰੇ ਕੋਲ ਕੋਈ ਸ਼ਬਦ ਨਹੀਂ ਰਹਿ ਜਾਂਦੇ। ਮੈਂ ਆਪਣੇ ਆਪ ਵਿੱਚ ਸੋਚਦਾ ਹਾਂ, ਇਹ ਤਾਂ ਵਿਸ਼ਵਾਸ ਹੀ ਨਹੀਂ ਸੀ ਕਰਦਾ ਅਤੇ ਜਿਸ ਤੋਂ ਵੀ ਬਿਹਤਰ ਹੈ, ਇਹ ਤਾਂ ਹੈਰਾਨ ਕੁਨ ਹੀ ਹੈ। ਗੌਰ ਕਰੋ ਕਿ ਜੋ ਕਿਰਪਾ ਹੈ ਇਹ ਸਾਡੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਸਾਡੇ ਸਾਰੇ ਖਿਆਲਾਂ ਨੂੰ ਬਦਲ ਦਿੰਦੀ ਹੈ। ਇਹ ਸਾਡੀ ਆਮ ਪ੍ਰਤੀਕਿਰਿਆ ਕਰਨ ਦੀ ਯੋਗਤਾ ਨੂੰ ਖਤਮ ਕਰ ਦਿੰਦੀ ਹੈ। ਕਿਰਪਾ ਇੱਥੋਂ ਤੱਕ ਕਿ ਮਨੁੱਖੀ ਕਿਰਪਾ ਵੀ ਜੋ ਅਸੀਂ ਇੱਕ ਦੂਸਰੇ ਦੇ ਪ੍ਰਤੀ ਜ਼ਾਹਿਰ ਕਰਦੇ ਹਾਂ, ਇਹ ਸਾਡੀਆਂ ਚਾਲਾਂ ਨੂੰ ਰੋਕ ਕੇ ਰੱਖ ਦਿੰਦੀ ਹੈ। ਇਹ ਤਾਂ ਅਚਾਨਕ ਅਤੇ ਨਾ ਹੱਕ ਰੱਖਣ ਵਾਲੀ ਹੁੰਦੀ ਹੈ ਅਤੇ ਸਾਨੂੰ ਅਚਾਨਕ ਹੀ ਦਬੋਚ ਲੈਂਦੀ ਹੈ ਅਤੇ ਸਾਨੂੰ ਖੜੇ ਕਰਕੇ ਇੰਤਜ਼ਾਰ ਕਰਦਿਆਂ ਅਤੇ ਇਹ ਸੋਚਦਿਆਂ ਛੱਡ ਦਿੰਦੀ ਹੈ ਕਿ ਜੋ ਕੁਝ ਅਸੀਂ ਪੜ੍ਹ ਰਹੇ ਹਾਂ ਉਹ ਤਾਂ ਜ਼ਰੂਰ ਹੀ ਇਸ ਕਹਾਣੀ ਨਾਲ ਵੱਧ ਕੇ ਹੈ। ਸਾਡੇ ਵਿੱਚੋਂ ਜ਼ਿਆਦਾਤਰ ਇੱਕ ਪਲ ਲਈ ਹੀ ਹੈਰਾਨ ਹੁੰਦੇ ਹਨ। ਅਸੀਂ ਸੋਚਦੇ ਹਾਂ ਕਿ ਇਹ ਤਾਂ ਕਿਸੇ ਕਿਸਮ ਦੀ ਕਹਾਣੀ ਹੀ ਹੈ। ਸ਼ਾਇਦ ਸਾਨੂੰ ਇਸ ਨੂੰ ਸਿੱਖ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਮੇਰੇ ਵਾਂਗੂ ਇੱਕ ਪ੍ਰਚਾਰਕ ਹੋਵੋ ਤਾਂ ਜਦੋਂ ਵੀ ਆਪ ਨੂੰ ਇਸ ਤਰ੍ਹਾਂ ਦੀ ਕੋਈ ਕਹਾਣੀ ਮਿਲਦੀ ਹੈ ਤਦ ਆਪ ਇਸ ਤਰ੍ਹਾਂ ਆਖਣ ਤੋਂ ਬਗੈਰ ਨਹੀਂ ਰਹਿ ਸਕਦੇ ਕਿ ਵਾਹ, ਮੈਂ ਤਾਂ ਇਸ ਤਰ੍ਹਾਂ ਦੇ ਕੁਝ ਸੁਣਿਆ ਜਾਂ ਵੇਖਿਆ ਹੀ ਨਹੀਂ। ਪਰ ਜੇਕਰ ਅਸੀਂ ਇਮਾਨਦਾਰ ਹਾਂ ਤਦ ਅਸੀਂ ਉਸ ਕਹਾਣੀ ਨੂੰ ਪੜ੍ਹਦੇ ਹਾਂ, ਫਿਰ ਉਸ ਜੋਸ਼ ਨੂੰ ਆਪਣੇ ਉੱਪਰੋਂ ਗੁਜ਼ਰਨ ਦਿੰਦੇ ਹਾਂ ਅਤੇ ਫਿਰ ਆਪਣੀ ਬਾਕੀ ਜ਼ਿੰਦਗੀ ਉਸ ਤਰ੍ਹਾਂ ਜਿਉਂਦੇ ਚਲੇ ਜਾਂਦੇ ਹਾਂ। ਜ਼ਿੰਦਗੀ ਅਤੇ ਇਤਿਹਾਸ ਵਿੱਚ ਕੁਝ ਇਹੋ ਜਿਹੇ ਲੋਕ ਹੋਏ ਹਨ ਜਿਨ੍ਹਾਂ ਲਈ ਜਦੋਂ ਕਿਰਪਾ ਦਾ ਪਲ ਵਰਪਿਆ ਤਦ ਉਹ ਇਸ ਤੋਂ ਕਦੇ ਵੀ ਮੁਕਤ ਨਹੀਂ ਸੀ ਹੋ ਸਕੇ। ਉਹਨਾਂ ਲਈ ਜਿਸ ਤਰ੍ਹਾਂ ਨਹੀਂ ਹੁੰਦਾ, ਕਦੇ ਕਦੇ ਸਾਡੇ ਲਈ ਹੁੰਦਾ ਹੈ। ਇਸ ਨੂੰ ਮਨ ਚੋਂ ਕੱਢ ਦੇਣਾ
ਕਦੇ ਵੀ ਸੰਭਵ ਨਹੀਂ ਸੀ। ਇਹੋ ਜਿਹਾ ਇੱਕ ਵਿਅਕਤੀ ਜਿਸ ਤੋਂ ਅਸੀਂ ਸਾਰੇ ਜੋ ਕਿ ਮਸੀਹੀ ਲੋਕਾਂ ਹਾਂ ਜਾਣੂ ਹਾਂ, ਉਸ ਦਾ ਨਾਮ ਪਾਲੂਸ ਹੈ। ਜ਼ਿਆਦਾਤਰ ਬਾਈਬਲ ਦਾ ਨਵਾਂ ਨੇਮ ਉਸੇ ਨੇ ਹੀ ਲਿਖਿਆ ਸੀ। ਉਹ ਮਹਾਨ ਰਸੂਲ ਪਾਲੂਸ, ਉਹ ਕਿਰਪਾ ਜੋ ਉਸ ਉੱਤੇ ਜ਼ਾਹਿਰ ਕੀਤੀ ਗਈ ਸੀ, ਉਹ ਉਸ ਉੱਤੇ ਕਦੀ ਵੀ ਕਾਬੂ ਨਹੀਂ ਸੀ ਪਾ ਸਕਿਆ। ਅਸਲ ਵਿੱਚ ਪਿਛਲੇ ਕਈ ਸਾਲਾਂ ਤੋਂ ਪਾਲੂਸ ਰਸੂਲ ਦੀਆਂ ਲਿਖੀਆਂ ਪੱਤਰੀਆਂ ਨੂੰ ਸਿਖਾਉਣ ਅਤੇ ਉਹਨਾਂ ਦਾ ਪ੍ਰਚਾਰ ਕਰਨ ਲਈ ਪੜ੍ਹਦਿਆਂ ਮੇਰੇ ਵਿੱਚ ਇੱਕ ਉਤਸੁਕਤਾ ਪੈਦਾ ਕੀਤੀ ਜਾ ਚੁੱਕੀ ਹੈ। ਜੋ ਕੁਝ ਪਾਲੂਸ ਪੇਸ਼ ਕਰ ਰਿਹਾ ਹੈ, ਮੈਂ ਉਸ ਦੇ ਨਾਲ ਨਾਲ ਇੱਕ ਬਹੁਤ ਹੀ ਤਰਕਪੂਰਕ ਦਲੀਲ ਦੇ ਸਿਲਸਿਲੇ ਵਿੱਚ ਅੱਗੇ ਵੱਧਦਾ ਚਲਾ ਜਾਂਦਾ ਹਾਂ, ਕਿਉਂਕਿ ਉਹ ਇੱਕ ਬਹੁਤ ਹੀ ਬੁੱਧੀਮਾਨ ਮਨੁੱਖ ਸੀ ਅਤੇ ਅਚਾਨਕ ਹੀ ਉਹ ਕਿਸੇ ਇਹੋ ਜਿਹੇ ਵਿਸ਼ੇ ਦੇ ਜ਼ਿਕਰ ਕਰੇਗਾ ਜੋ ਕਿ ਉਸਨੇ ਉਸ ਦੇ ਮਨ ਨੂੰ ਫਰਾ ਵਿੱਚ ਸੋਚਣ ਲਈ ਮਜਬੂਰ ਕਰ ਦਿੰਦਾ ਹੈ, ਅਤੇ ਫਿਰ ਲਗਭਗ 5 ਐਤਾਂ ਵਿੱਚ ਕਿਸੇ ਨੁੱਕਰ ਲੱਗੇ ਜਾਵੇਗਾ ਅਤੇ ਉਹ ਉਸ ਸਥਾਪਿਤ ਯੋਜਨਾਵਾਂ ਦੇ ਨਾਲ ਜੁੜਿਆ ਹੀ ਨਹੀਂ ਹੁੰਦਾ। ਅਤੇ ਆਪ ਜਾਣ ਲੈਂਦੇ ਹੋ ਕਿ ਉਹ ਆਪਣੀ ਮੁਕਤੀ ਦੇ ਦੁਆਰਾ ਇੰਨਾ ਜ਼ਿਆਦਾ ਹੈਰਾਨ ਹੈ ਕਿ ਉਹ ਇਸ ਨੂੰ ਆਪਣੀ ਹੋਂਦ ਤੋਂ ਕਦੇ ਵੀ ਬਾਹਰ ਨਹੀਂ ਕੱਢ ਸਕਦਾ। ਕਿ ਆਪ ਨੂੰ ਪਤਾ ਹੈ ਕਿ ਬਾਈਬਲ ਦੇ ਨਵੇਂ ਨੇਮ ਵਿੱਚ ਕਿਰਪਾ ਸ਼ਬਦ 155 ਵਾਰ ਆਉਂਦਾ ਹੈ। 130 ਵਾਰ ਇਸ ਦੀ ਵਰਤੋਂ ਪਾਲੂਸ ਨੇ ਹੀ ਕੀਤੀ ਹੈ। 155 ਵਿੱਚੋਂ 130 ਵਾਰ ਕੀਤਾ ਗਿਆ ਕਿਰਪਾ ਦਾ ਜ਼ਿਕਰ ਨਵੇਂ ਨਿਯਮ ਵਿੱਚ ਪਾਲੂਸ ਦੇ ਸ਼ਬਦ ਹੀ ਹਨ। ਕਿਰਪਾ ਉਸ ਦੀ ਸਿੱਖਿਆ ਦਾ ਮੁੱਖ ਵਿਸ਼ਾ ਹੈ। ਮਨ ਫਿਰਾਓ ਤੋਂ ਲੈ ਕੇ ਮੌਤ ਤੱਕ ਕਿਰਪਾ ਹੀ ਉਸ ਦੇ ਜੀਵਨ ਦਾ ਭੇਦ ਹੈ। ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਪਾਲੂਸ ਜੋ ਕੁਝ ਸੀ ਉਹੀ ਸੀ। ਉਸ ਨੇ ਦੁੱਖ ਝੱਲਿਆ ਸੀ, ਜੋ ਕੁਝ ਵੀ ਉਸ ਨੇ ਝੱਲਿਆ ਸੀ, ਅਤੇ ਉਹ ਸਥਾਪਿਤ ਕੀਤਾ ਸੀ ਜੋ ਕੁਝ ਉਸ ਨੇ ਸਥਾਪਿਤ ਕੀਤਾ ਸੀ, ਹੋਰ ਕਿਸੇ ਵੀ ਮਨੁੱਖ ਨਾਲੋਂ ਵੱਧ ਕੇ, ਜਿਸ ਦਾ ਜ਼ਿਕਰ ਬਾਈਬਲ ਵਿੱਚ ਕੀਤਾ ਗਿਆ ਹੈ। ਪਾਲੂਸ ਦੀ ਵਿਸ਼ੇਸ਼ਤਾ ਕਿਰਪਾ ਦੁਆਰਾ ਦਰਸਾਈ ਗਈ ਸੀ। ਇੱਕ ਹੋਰ ਮਨੁੱਖ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ, ਜਿਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਉਸ ਦਾ ਨਾਮ ਜੌਨ ਨਿਊਟਨ ਸੀ। ਜੌਨ ਨਿਊਟਨ ਹੀ ਹੈ ਜਿਸ ਨੇ ਪ੍ਰਸਿੱਧ ਮਸੀਹੀ ਭਜਨ ਅਮੇਜ਼ਿੰਗ ਗ੍ਰੇਸ ਬਹੁ ਹੈਰਾਨਕੁਨ ਕਿਰਪਾ ਲਿਖਿਆ ਸੀ। ਉਸ ਦੀ ਕਹਾਣੀ ਇੱਕ ਹੈਰਾਨਕੁਨ ਵਾਲੀ ਕਹਾਣੀ ਹੈ। ਜੇਕਰ ਆਪ ਇਸ ਦੇ ਇਤਿਹਾਸ ਨੂੰ ਪੜ੍ਹੋ ਤਦ ਇਸ ਨੂੰ ਪੜ੍ਹਨ ਤੋਂ ਬਾਅਦ ਆਪ ਪੁਰਾਣੇ ਨਹੀਂ ਰਹਿ ਸਕੋਗੇ। ਉਸ ਨੇ ਇਸ ਨੂੰ ਕਦੇ ਵੀ ਨਹੀਂ ਸੀ ਭੁਲਾਇਆ ਜੋ ਕੁਝ ਪਰਮੇਸ਼ਰ ਨੇ ਉਸ ਵਾਸਤੇ ਕੀਤਾ ਸੀ। ਅਸਲ ਵਿੱਚ ਆਪਣੇ ਨਰਕ ਦੇ ਦਿਨਾਂ ਤੱਕ ਉਸ ਨੇ ਹਮੇਸ਼ਾ ਹੀ ਆਪਣੇ ਆਪ ਦਾ ਜ਼ਿਕਰ ਪੁਰਾਣੇ ਅਫਰੀਕਨ ਗੁਲਾਮਾਂ ਦਾ ਵਪਾਰੀ ਵਜੋਂ ਕੀਤਾ ਸੀ, ਜਾਂ ਫਿਰ ਉਹ ਪੁਰਾਣੇ ਪਰਮੇਸ਼ਰ ਦਾ ਨਿੰਦਕ ਵਜੋਂ, ਕਿਉਂਕਿ ਇਸ ਤੋਂ ਪਹਿਲਾਂ ਕਿ ਕਿਰਪਾ ਨੇ ਉਸ ਨੂੰ ਜਕੜਿਆ, ਉਹ ਠੀਕ ਇਹੋ ਹੀ ਸੀ। ਇੰਗਲੈਂਡ ਵਿੱਚ ਓਲਨੇ ਵਿਖੇ ਆਪਣੇ ਪਾਦਰੀ ਵਜੋਂ ਨਿਵਾਸ ਸਥਾਨ ਵਿੱਚ ਅੱਗ ਦੀ ਅੰਗੀਠੀ ਦੇ ਉੱਪਰ ਉਹ ਹਮੇਸ਼ਾ ਹੀ ਇਹਨਾਂ ਸ਼ਬਦਾਂ ਨੂੰ ਤੱਕਦਾ ਸੀ ਜਦੋਂ ਵੀ ਉਹ ਆਪਣੇ ਅਧਿਐਨ ਕਰਨ ਤੋਂ ਬਾਅਦ ਕਲੀਸਿਆ ਭਵਨ ਜਾਂ ਸਥਾਪਿਕ ਸਭਾ ਵਾਸਤੇ ਜਾਂਦਾ ਹੁੰਦਾ ਸੀ। ਉਸ ਨੇ ਬਾਹਰ ਜਾ ਵੇਲੇ ਦਰਵਾਜ਼ੇ ਉੱਤੇ ਇੱਕ ਛੋਟੀ ਫੱਟੀ ਉੱਤੇ ਲਿਖ ਕੇ ਲਟਕਾਇਆ ਹੋਇਆ ਸੀ ਤਾਂ ਕਿ ਉਹ ਇਸ ਨੂੰ ਬਿਨਾਂ ਤੱਕਿਆ ਬਾਹਰ ਨਾ ਜਾ ਸਕੇ। ਇਹ ਇਸ ਤਰ੍ਹਾਂ ਬਿਆਨ ਕਰਦਾ ਸੀ, ਇਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹਿਮੁੱਲਾ ਅਤੇ ਆਦਰਮਾਨ ਹੈ। ਯਸ਼ਾਇਆ 43 ਦੇ 4 ਵਚਨ ਚੇਤੇ ਰੱਖੋ। ਮਿਸਰ ਦੇਸ਼ ਵਿੱਚ ਗੁਲਾਮ ਸੋ ਅਤੇ ਯਹੋਵਾ ਤੇਰਾ ਪਰਮੇਸ਼ਰ ਤੈਨੂੰ ਛੁਟਕਾਰਾ ਦਿੱਤਾ ਹੈ। ਬਵਿਸਥਾ ਸਾਰ 15 ਦੇ 15 ਵਚਨ। ਇਸ ਤੋਂ ਭਾਵ ਇਹ ਆਖਦਾ ਹੈ ਕਿ ਮੈਂ ਕਦੇ ਵੀ ਇਹ ਨਹੀਂ ਭੁੱਲਣਾ ਚਾਹੁੰਦਾ ਜੋ ਕੁਝ ਪਰਮੇਸ਼ਰ ਨੇ ਮੇਰੇ ਲਈ ਕੀਤਾ ਸੀ, ਅਤੇ ਜੌਨ ਨਿਊਟਨ ਨੇ ਉਸ ਨੂੰ ਕਦੇ ਵੀ ਨਹੀਂ ਭੁਲਾਇਆ। ਉਹ ਭਜਨ ਅਮੇਜ਼ਿੰਗ ਗ੍ਰੇਸ 1773 ਈਸਵੀ ਵਿੱਚ ਭਾਵ 238 ਸਾਲ ਪਹਿਲਾਂ ਲਿਖਿਆ ਗਿਆ ਸੀ। ਇਹ ਤਾਂ ਜੌਨ ਨਿਊਟਨ ਦੁਆਰਾ ਲਿਖੇ ਬਾਕੀ ਭਜਨਾਂ ਵਾਂਗ ਹੀ ਹੈ। ਜਦੋਂ ਵੀ ਉਹ ਕਿਸੇ ਉਪਦੇਸ਼ ਦਾ ਪ੍ਰਚਾਰ ਕਰਦਾ ਤਦ ਉਹ ਉਸ ਨਾਲ ਮਿਲਦਾ ਜੁਲਦਾ ਭਜਨ ਹੀ ਲਿਖਦਾ। ਸੰਦੇਸ਼ ਦੀ ਤਿਆਰੀ ਦੇ ਨਾਲ ਨਾਲ ਉਹ ਭਜਨ ਤਿਆਰ ਕਰਨ ਲਈ ਵੀ ਉਨਾ ਹੀ ਸਮਾਂ ਖਰਚ ਕਰਦਾ ਹੁੰਦਾ ਸੀ। ਇਹ ਅਮੇਜ਼ਿੰਗ ਗ੍ਰੇਸ ਭਾਵ ਹੈਰਾਨਕੁਨ ਕਿਰਪਾ ਦਾ ਨਾਂ ਦਾ ਭਜਨ ਵੀ ਇੱਕ ਉਪਦੇਸ਼ ਨਾਲ ਮੇਲ ਖਾਂਦਾ ਹੋਇਆ ਹੀ ਲਿਖਿਆ ਗਿਆ ਸੀ। ਇਹ ਉਪਦੇਸ਼ ਪਹਿਲਾਂ ਇਤਿਹਾਸ 17 ਦੇ 16-17 ਦੇ ਵਚਨਾਂ ਉੱਤੇ ਆਧਾਰਿਤ ਹੈ। ਆਪ ਪਹਿਲਾਂ ਇਹਨਾਂ ਬਾਈਬਲ ਦੇ ਵਚਨਾਂ ਨੂੰ ਪੜ੍ਹੋ ਅਤੇ ਫਿਰ ਜੌਨ ਨਿਊਟਨ ਦੇ ਉਪਦੇਸ਼ਾਂ ਨੂੰ, ਅਤੇ ਆਪ ਹੈਰਾਨ ਹੋਵੋਗੇ ਕਿ ਇਹ ਭਜਨ ਇਸ ਵਿੱਚ ਕਿੱਥੋਂ ਨਿਕਲ ਕੇ ਆਇਆ ਸੀ। ਬਾਈਬਲ ਵਿੱਚ ਇਹ ਵਚਨ ਇਸ ਪ੍ਰਕਾਰ ਹਨ, ਤਾਂ ਦਾਊਦ ਪਾਤਸ਼ਾਹ ਅੰਦਰ ਵੜਿਆ ਔਰ ਯਹੋਵਾ ਦੇ ਹਜ਼ੂਰ ਬੈਠ ਕੇ ਇਹ ਆਖਿਆ, ਹੇ ਯਹੋਵਾ ਪਰਮੇਸ਼ਰ, ਮੈਂ ਕੌਣ ਹਾਂ ਔਰ ਮੇਰੀ ਕੁੱਲ ਕੀ ਹੈ ਜੋ ਤੂੰ ਮੈਨੂੰ ਇੱਥੋਂ ਤੋੜੀ ਉਪੜਾ ਦਿੱਤਾ ਹੈ। ਇਹ ਪਰਮੇਸ਼ਰ, ਇਹ ਤਾਂ ਤੇਰੀ ਦ੍ਰਿਸ਼ਟ ਵਿੱਚ ਥੋੜ੍ਹੀ ਜਿਹੀ ਹੀ ਗੱਲ ਹੈ। ਤੈਂ ਆਪਣੇ ਦਾਸ ਦੀ ਕੁੱਲ ਦੇ ਵਿਖੇ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ, ਔਰ ਹੇ ਯਹੋਵਾ ਪਰਮੇਸ਼ਰ, ਮੇਰੇ ਉੱਤੇ ਅਜਿਹੀ ਕਿਰਪਾ ਦ੍ਰਿਸ਼ਟ ਕੀਤੀ ਜੋ ਮਨੋਂ ਮੈਂ ਵੱਡੀ ਪਦਵੀ ਵਾਲਾ ਮਨੁੱਖ ਹਾਂ। ਪਹਿਲੇ ਇਤਿਹਾਸ 17 ਅਧਿਆਇ 16 ਔਰ 17 ਵਚਨ। ਅਤੇ ਜੋ ਕੁਝ ਜੌਨ ਨਿਊਟਨ ਨੇ ਇਸ ਉਪਦੇਸ਼ ਵਿੱਚ ਪ੍ਰਚਾਰ ਕੀਤਾ ਸੀ ਉਹ ਇਹ ਸੀ ਕਿ ਉਹ ਤਾਂ ਦਾਊਦ ਦੀ ਤਰ੍ਹਾਂ ਹੀ ਨਹੀਂ, ਠੀਕ ਇਸੇ ਤਰ੍ਹਾਂ ਪਰਮੇਸ਼ਰ ਦੇ ਦਾਊਦ ਦੇ
ਘਰਾਣੇ ਲਈ ਇੰਨਾ ਭਲਾ ਸੀ ਕਿ ਉਸ ਨੇ ਦਾਊਦ ਨੂੰ ਸੁਲੇਮਾਨ ਦਾ ਪਿਤਾ ਹੋਣ ਦਾ ਸੁਭਾਅ ਬਖਸ਼ਿਆ, ਜਿਸ ਦੇ ਨਤੀਜੇ ਵਜੋਂ ਉਹ ਮਹਾਨ ਪਾਤਸ਼ਾਹੀ ਉਸ ਦੇ ਤੁਖਮ ਵਿੱਚੋਂ ਨਿਕਲੀ। ਇਸੇ ਤਰ੍ਹਾਂ ਪਰਮੇਸ਼ਰ ਨੇ ਜੌਨ ਨਿਊਟਨ ਨੂੰ ਬਰਕਤ ਬਖਸ਼ੀ ਅਤੇ ਜੋ ਕੁਝ ਵੀ ਉਸ ਨੇ ਪਰਮੇਸ਼ਰ ਦੀ ਕਿਰਪਾ ਦਾ ਤਿਰਸਕਾਰ ਕਰਨ ਲਈ ਕੀਤਾ ਸੀ, ਉਸ ਸਭ ਦੇ ਬਾਵਜੂਦ ਅੰਤ ਨੂੰ ਪਰਮੇਸ਼ਰ ਦੀ ਕਿਰਪਾ ਨੂੰ ਕਬੂਲ ਕਰਨ ਦਾ ਮੌਕਾ ਬਖਸ਼ਿਆ ਅਤੇ ਅੰਤ ਵਿੱਚ ਇਹ ਸੀ ਉਹ ਪਰਮੇਸ਼ਰ ਦੀ ਕਿਰਪਾ ਦਾ ਪ੍ਰਚਾਰਕ ਹੋਵੇ ਅਤੇ ਭਜਨਾਂ ਦਾ ਲੇਖਕ। ਮੈਂ ਪਹਿਲਾਂ ਆਪ ਨੂੰ ਇਸ ਭਜਨ ਦੇ ਸ਼ਬਦਾਂ ਦੀ ਸੰਗੀਤਮਾਈ ਦੇ ਕਰਮ ਬਾਰੇ ਕੁਝ ਦੱਸ ਦੇਵਾਂ। ਇਸ ਭਜਨ ਦੀ ਲੈਅ ਨੂੰ ਨਿਊ ਬ੍ਰਿਟੇਨ ਵਜੋਂ ਜਾਣਿਆ ਜਾਂਦਾ ਹੈ। ਇਸ ਭਜਨ ਦਾ ਨਾਮ ਵੀ ਅਮੇਜ਼ਿੰਗ ਗ੍ਰੇਸ ਦੀ ਬਜਾਏ ਫੇਥ ਨਿਊ ਐਂਡ ਐਕਸਪੈਕਟੇਸ਼ਨ ਵਜੋਂ ਸੀ। ਇਸ ਤੋਂ ਇਲਾਵਾ ਜੋ ਭਜਨ ਜੌਨ ਨਿਊਟਨ ਨੇ ਲਿਖਿਆ ਸੀ, ਉਸ ਵਿੱਚ 3 ਹੋਰ ਪੈਰੇ ਸਨ। ਜੌਨ ਨਿਊਟਨ ਦੀ ਮੌਤ ਤੋਂ ਬਾਅਦ ਐਡਵਿਨ ਐਥਲੇ ਐਕਸੋਲੋ ਨਾਂ ਦੇ ਵਿਅਕਤੀ ਦੇ ਦੁਆਰਾ ਇੱਕ ਹੋਰ ਪੈਰਾ ਇਸ ਭਜਨ ਵਿੱਚ ਜੋੜਿਆ ਗਿਆ ਸੀ। ਜਦੋਂ ਆਪ ਇਸ ਸਭ ਬਾਰੇ ਗੌਰ ਕਰਦੇ ਹੋ ਤਦ ਇਹ ਸਭ ਤਾਂ ਇੱਕ ਹੈਰਾਨ ਕਰਨ ਵਾਲੀ ਕਹਾਣੀ ਹੀ ਹੈ ਕਿ ਕਦੇ ਆਪਨੇ ਸੋਚਿਆ ਹੈ ਕਿ ਪਰਮੇਸ਼ਰ ਹੀ ਹੈ ਜੋ ਕਿਸੇ ਚੀਜ਼ ਨੂੰ ਮਸਾ ਕਰਦਾ ਹੈ। ਉਹ ਤਾਂ ਬਸ ਆਖਦਾ ਹੈ ਮੈਂ ਉਸ ਨੂੰ ਆਸ਼ੀਸ਼ ਦੇਣ ਜਾ ਰਿਹਾ ਹਾਂ। ਜੀ ਹਾਂ, ਉਸ ਨੇ ਇਸ ਭਜਨ ਨੂੰ ਬਰਕਤ ਦਿੱਤੀ ਹੈ। ਉਦੋਂ ਤੋਂ ਹੀ ਇਹ ਭਜਨ ਓਲੰਪਿਕ ਖੇਡਾਂ ਅਤੇ ਰਾਸ਼ਟਰਪਤੀਆਂ ਦੇ ਉਦਘਾਟਨਾਂ ਸਮਾਰੋਹਾਂ ਅਤੇ ਹੋਰ ਮਹੱਤਵਪੂਰਨ ਮੌਕਿਆਂ ਦੇ ਦੌਰਾਨ ਵਜਾਇਆ ਜਾਂਦਾ ਹੈ। ਆਪ ਸੋਚਦੇ ਹੋਵੋਗੇ ਇਹ ਭਜਨ ਇੰਨਾ ਖਾਸ ਕਿਉਂ ਹੈ। ਇਹੋ ਹੀ ਉਹ ਭਜਨ ਹੈ ਜੋ ਬਾਕੀ ਸਭ ਭਜਨਾਂ ਨਾਲੋਂ ਵੱਧ ਰਿਕਾਰਡ ਕੀਤਾ ਗਿਆ ਹੈ, ਜਿਸ ਨੂੰ ਪਰਮੇਸ਼ਰ ਨੇ ਮਸਾ ਕੀਤਾ ਹੈ ਅਤੇ ਇਸ ਨੂੰ ਸਾਡੇ ਜੀਵਨਾਂ ਵਿੱਚ ਲਿਆਂਦਾ ਹੈ ਅਤੇ ਅਸੀਂ ਸਾਰੇ ਹੀ ਇਸ ਭਜਨ ਦੇ ਦੁਆਰਾ ਛੂਏ ਗਏ ਹਾਂ। ਹੁਣ ਮੈਂ ਆਪ ਨੂੰ ਇਸ ਭਜਨ ਨੂੰ ਲਿਖਣ ਵਾਲੇ ਮਨੁੱਖ ਦੇ ਬਾਰੇ ਦੱਸਦਾ ਹਾਂ। ਸੰਤ ਅਗਸਟਿਨ ਆਖਦੇ ਹਨ ਕਿ ਪਰਮੇਸ਼ਰ ਕਦੇ ਵੀ ਆਪਣੀ ਕਿਰਪਾ ਖਾਲੀ ਹੱਥੋਂ ਇਲਾਵਾ ਹੋਰ ਕਿਸੇ ਵੀ ਚੀਜ਼ ਵਿੱਚ ਨਹੀਂ ਪਾਉਂਦਾ। ਪਰਮੇਸ਼ਰ ਕਦੇ ਵੀ ਆਪਣੀ ਕਿਰਪਾ ਤੁਹਾਨੂੰ ਨਹੀਂ ਬਖਸ਼ੇਗਾ ਜੇਕਰ ਆਪ ਪਰਮੇਸ਼ਰ ਨਾਲ ਹੀ ਭਰਪੂਰ ਹੋਵੋ। ਜੇਕਰ ਕਦੇ ਵੀ ਕੋਈ ਇਹੋ ਜਿਹਾ ਮਨੁੱਖ ਹੋਇਆ ਜੋ ਕਿ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਾਪਤ ਕਰਨ ਲਈ ਤਿਆਰ ਸੀ, ਇਹ ਤਾਂ ਜੌਨ ਨਿਊਟਨ ਹੀ ਸੀ। ਮੈਂ ਤੁਹਾਨੂੰ ਉਸ ਬਾਰੇ ਕੁਝ ਦੱਸਣ ਦੀ ਇੱਛਾ ਰੱਖਦਾ ਹਾਂ ਕਿਉਂਕਿ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਇਸ ਭਜਨ ਬਾਰੇ ਸੋਚਣ ਜਾ ਰਹੇ ਹਾਂ। ਬਾਅਦ ਵਿੱਚ ਮੈਂ ਇਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਜਾਵਾਂਗਾ ਔਰ ਸਮਾਂ ਬਤਾਉਣ ਜਾ ਰਿਹਾ ਹਾਂ, ਪਰ ਮੈਂ ਆਪ ਨੂੰ ਸੱਚਮਾਈ ਤੌਰ ਤੇ ਹੀ ਜੌਨ ਨਿਊਟਨ ਦੀ ਕਹਾਣੀ ਦੱਸ ਰਿਹਾ ਹਾਂ ਤਾਂ ਕਿ ਆਪ ਇਸ ਬਾਰੇ ਕੁਝ ਰਫਤਾਰ ਹਾਸਲ ਕਰ ਸਕੋ। ਜੌਨ ਨਿਊਟਨ ਪਰਮੇਸ਼ਰ ਕੋਲ ਖਾਲੀ ਹੱਥ ਆਇਆ ਸੀ। ਮੈਂ ਆਪ ਨੂੰ ਉਸ ਦੀ ਕਹਾਣੀ ਦੱਸ ਦਵਾਂ। ਜੌਨ ਨਿਊਟਨ ਦਾ ਜੀਵਨ ਆਪਣੇ ਮਾਪਿਆਂ ਦੇ ਇੱਕੋ ਇੱਕ ਬੱਚੇ ਵਜੋਂ 24 ਜੁਲਾਈ 1725 ਨੂੰ ਹੋਇਆ ਸੀ। ਉਸ ਦਾ ਪਿਤਾ ਇੱਕ ਸਮੁੰਦਰੀ ਫੌਜ ਦਾ ਸੈਨਾਪਤੀ ਅਤੇ ਇੱਕ ਵਪਾਰ ਮਲਾਹ ਸੀ। ਉਸ ਦਾ ਪਿਤਾ ਇੱਕ ਗੈਰ ਹਾਜ਼ਰ ਬਾਪ ਸੀ। ਉਸ ਨੇ ਕਦੇ ਕਤਾਈ ਹੀ ਉਸ ਨੂੰ ਵੇਖਿਆ ਕਿਉਂਕਿ ਉਹ ਤਾਂ ਹਮੇਸ਼ਾ ਹੀ ਸਮੁੰਦਰੀ ਯਾਤਰਾ ਤੇ ਰਹਿੰਦਾ ਸੀ। ਉਸ ਦੀ ਮਾਤਾ ਇਲਿਜ਼ਬeth ਇੱਕ ਪਰਮੇਸ਼ਰ ਪ੍ਰਤੱਖ ਔਰਤ ਸੀ ਅਤੇ ਉਸ ਨੇ ਆਪਣੇ ਆਪ ਨੂੰ ਆਪਣੇ ਜਵਾਨ ਪੁੱਤਰ ਨੂੰ ਰੂਹਾਨੀ ਸਿੱਖਿਆ ਦੇਣ ਵਾਸਤੇ ਸਮਰਪਿਤ ਕੀਤਾ ਸੀ। ਉਸ ਨੂੰ ਉਸਨੇ ਪੜ੍ਹਨਾ ਲਿਖਣਾ, ਬਾਈਬਲ ਬਾਣੀ ਪੜ੍ਹਨਾ ਅਤੇ ਰੂਹਾਨੀ ਭਜਨ ਯਾਦ ਕਰਾਉਣਾ ਸਿਖਾਇਆ ਸੀ। ਉਹ ਉਸ ਨੂੰ ਇੱਕ ਆਜ਼ਾਦ ਕਲੀਸਿਆ ਵਿੱਚ ਲੈ ਕੇ ਜਾਂਦੀ ਸੀ। ਜੌਨ ਨਿਊਟਨ ਨੂੰ ਇਲਿਜ਼ਬeth ਵਰਗੀ ਇੱਕ ਪਰਮੇਸ਼ਰ ਪ੍ਰਸਿੱਧ ਧਰਮੀ ਮਾਂ ਦੀ ਆਸ਼ੀਸ਼ ਪ੍ਰਾਪਤ ਸੀ, ਪਰ ਬਦਕਿਸਮਤੀ ਨਾਲ ਜੁਲਾਈ 1732 ਵਿੱਚ ਜੌਨ ਨਿਊਟਨ ਦੇ 7ਵੇਂ ਜਨਮ ਦਿਨ ਤੇ ਸਿਰਫ 13 ਦਿਨ ਪਹਿਲਾਂ ਉਸ ਦੀ ਮਾਤਾ ਤਪਦੇਕ ਦੀ ਬਿਮਾਰੀ ਨਾਲ ਮਰ ਗਈ। ਉਸ ਦੇ ਪਿਤਾ ਨੇ ਝੱਟ ਦੁਬਾਰਾ ਵਿਆਹ ਕਰ ਲਿਆ ਅਤੇ ਇਹ ਜਾਣਦਿਆਂ ਹੋਇਆ ਕਿ ਉਹ ਜੌਨ ਨਾਲ ਕੀ ਕਰੇ, ਉਸ ਨੇ ਵਿਖੇ ਇੱਕ ਬੋਰਡਿੰਗ ਸਕੂਲ ਵੱਲ ਧੱਕ ਦਿੱਤਾ। ਉਸ ਸਕੂਲ ਵਿੱਚ ਅਨੁਸ਼ਾਸਨ ਇੰਨਾ ਸਖਤ ਸੀ ਕਿ ਜਲਦੀ ਹੀ ਜੌਨ ਉੱਥੋਂ ਭੱਜ ਗਿਆ। 10 ਸਾਲ ਦੀ ਉਮਰ ਵਿੱਚ ਉਹ ਬੋਰਡਿੰਗ ਸਕੂਲ ਤੋਂ ਪਹਿਲਾਂ ਵਾਪਸ ਆਇਆ ਔਰ ਬੜੀ ਦਿਲਚਸਪ ਗੱਲ ਹੈ ਕਿ ਉਸ ਦੀ ਪੜ੍ਹਾਈ ਲਿਖਾਈ ਹੁਣ ਜਾਂਦੀ ਰਹੀ ਅਤੇ ਆਪਣੀ ਛੋਟੀ ਉਮਰ ਵਿੱਚ ਉਹ ਸਿਰਫ 2 ਸਾਲ ਹੀ ਸਕੂਲ ਗਿਆ ਸੀ। ਉਸ ਕੋਲ ਕੋਈ ਮੁੱਢਲੀ ਸਿੱਖਿਆ ਨਹੀਂ ਸੀ ਅਤੇ ਇੰਨਾ ਜ਼ਿਆਦਾ ਲੋਕਾਂ ਨੇ ਇਸ ਮਹਾਨ ਭਜਨ ਨੂੰ ਸਿੱਖਿਆ, ਪਰ ਉਸ ਕੋਲ ਸਿਰਫ ਇਹੋ ਹੀ ਸੀ ਕਿ ਪਰਮੇਸ਼ਰ ਦੀ ਕਿਰਪਾ ਨੂੰ ਉਸ ਨੂੰ ਪਕੜਿਆ ਅਤੇ ਇਹ ਅਦਭੁਤ ਵਰਦਾਨ ਉਸ ਨੂੰ ਬਖਸ਼ਿਆ ਗਿਆ ਸੀ। 17 ਸਾਲ ਦੀ ਉਮਰ ਵਿੱਚ ਨਿਊਟਨ ਉਹ ਸਭ ਭੁੱਲ ਚੁੱਕਾ ਸੀ ਜੋ ਉਸਨੇ ਆਪਣੀ ਮਾਂ ਤੋਂ ਸਿੱਖਿਆ ਸੀ। ਉਹ ਵਿਦਰੋਹ ਵੱਲ ਝੁਕ ਗਿਆ ਜੋ ਇੰਨਾ ਬੁਰਾ ਸੀ ਕਿ 24 ਸਾਲ ਦੀ ਉਮਰ ਤੱਕ ਬਣਿਆ ਰਿਹਾ। ਉਸਨੇ ਕੁਝ ਹੋਰ ਜ਼ਿਆਦਾ ਪ੍ਰਸਿੱਧ ਸੰਸਾਰਿਕ ਧਰਮ ਦੇ ਖਿਆਲਾਂ ਬਾਰੇ ਸੋਚਣਾ ਆਰੰਭ ਕਰ ਦਿੱਤਾ ਸੀ ਅਤੇ ਫਿਰ ਉਸਨੇ ਆਪਣੇ ਜੀਵਨ ਨੂੰ ਤਬਾਹ ਕਰ ਲਿਆ ਸੀ। ਸੋ ਨਹੀਂ ਜਾਣਦਾ ਸੀ ਕਿ ਇਹ ਸਭ ਆਪ ਨੂੰ ਮੈਂ ਹੋਰ ਕਿਸ ਤਰ੍ਹਾਂ ਦੱਸਾਂ। ਉਸਨੇ ਆਪਣੇ ਦੁਸ਼ਟ ਹੋਣ ਵਿੱਚ ਆਨੰਦ ਅਤੇ ਆਦਤ ਬਾਰੇ ਲਿਖਿਆ ਹੈ। ਉਹ ਨਾ ਤਾਂ ਪਰਮੇਸ਼ਰ ਤੋਂ ਡਰਦਾ ਸੀ ਅਤੇ ਇਨਸਾਨ ਤੋਂ ਆਦਰ ਕਰਦਾ ਸੀ। ਉਸਨੇ ਲਿਖਿਆ ਸੀ ਕਿ ਉਹ ਦੁਸ਼ਟਾਂ ਦੇ ਕੰਮ ਕਰਨ ਦਾ ਗੁਲਾਮ ਸੀ ਅਤੇ ਪਾਪਮਈ ਜੀਵਨ ਵਿੱਚ ਆਨੰਦ ਮਾਣਦਾ ਹੁੰਦਾ ਸੀ।
ਸਮੁੰਦਰੀ ਸੈਨਾ ਵਿੱਚ ਕੁਝ ਸਮਾਂ ਰਹਿਣ ਤੋਂ ਬਾਅਦ ਆਪਣੇ ਪਿਤਾ ਦੀ ਖੋਜ ਕਰਨ ਲੱਗਾ, ਇਹ ਆਸ ਕਰਦਿਆਂ ਹੋਇਆਂ ਕਿ ਸ਼ਾਇਦ ਉਸ ਦਾ ਜੀਵਨ ਬਿਹਤਰ ਹੋ ਜਾਵੇਗਾ। ਉਹ ਪਕੜਿਆ ਗਿਆ ਸੀ, ਉਸ ਨੂੰ ਸਾਰਿਆਂ ਦੇ ਸਾਹਮਣੇ ਮਾਰਿਆ ਕੁੱਟਿਆ ਗਿਆ ਅਤੇ ਉਸ ਦਾ ਅਹੁਦਾ ਉਸ ਤੋਂ ਖੋਹ ਲਿਆ ਗਿਆ ਅਤੇ ਉਸ ਨੇ ਲੋਹੇ ਦੀ ਜ਼ੰਜੀਰ ਨਾਲ ਜਕੜਿਆ ਕੇ ਰੱਖਿਆ ਗਿਆ ਸੀ। ਅੰਤ ਵਿੱਚ ਉਹ ਸਮੁੰਦਰੀ ਜਹਾਜ਼ ਤੋਂ ਉਤਰਿਆ ਅਤੇ ਅਫਰੀਕਾ ਨੂੰ ਜਾਣ ਵਾਲੇ ਇੱਕ ਜਹਾਜ਼ ਵਿੱਚ ਚੜ੍ਹ ਗਿਆ। ਉਸ ਨੇ ਸੋਚਿਆ ਕਿ ਉੱਥੇ ਉਸ ਨੂੰ ਜੋ ਚਾਹੇ ਕਰਨ ਲਈ ਆਜ਼ਾਦੀ ਹੋਵੇਗੀ ਅਤੇ ਕੋਈ ਵੀ ਇਸ ਬਾਰੇ ਨਹੀਂ ਜਾਣੇਗਾ। ਉਹ ਤਾਂ ਸੱਚਮੁੱਚ ਪਰਮੇਸ਼ਰ ਅਤੇ ਜ਼ਿੰਦਗੀ ਤੋਂ ਦੂਰ ਭੱਜ ਰਿਹਾ ਸੀ। ਉਸ ਦੀ ਜ਼ਿੰਦਗੀ ਦੇ ਆਲੇ ਦੁਆਲੇ ਦੇ ਬਰੇ ਉਸ ਨੂੰ ਨਿਰਾਸ਼ਾ ਅਤੇ ਤੱਕ ਲੈਣ ਗਏ ਸੀ। ਪੋਲੀਟੀਨਾ ਨਾਂ ਦੇ ਟਾਪੂ ਵਿੱਚ, ਜੋ ਨਿਰਾਸ਼ਾ ਤੋਂ ਦੱਖਣ ਪੂਰਬ ਵੱਲ ਪੱਛਮੀ ਅਫਰੀਕਾ ਦਾ ਇੱਕ ਛੋਟਾ ਟਾਪੂ ਸੀ, ਉਹ ਇੱਕ ਪੁਰਤਗਾਲੀ ਗੁਲਾਮ ਦੇ ਵਪਾਰੀ ਨਾਲ ਰਿਹਾ, ਜਿਸ ਦੀ ਅਫਰੀਕੀ ਪਤਨੀ ਵੈਰ ਵਿਰੋਧ ਨਾਲ ਭਰੀ ਹੋਈ ਸੀ। ਨਿਊਟਨ ਨੂੰ ਕੁੱਤੇ ਵਾਂਗ ਖਾਣ ਲਈ ਮਜਬੂਰ ਕੀਤਾ ਜਾਂਦਾ ਸੀ। ਉਹ ਆਪਣੀ ਰਸੋਈ ਦੀ ਮੇਜ਼ ਤੋਂ ਡਿੱਗੇ ਹੋਏ ਝੂਰੇ ਭੂਰੇ ਉਸ ਨੂੰ ਖਵਾਉਂਦੀ ਹੁੰਦੀ ਸੀ ਅਤੇ ਉਹ ਹੇਠਾਂ ਫਰਸ਼ ਤੋਂ ਉਸ ਝੂਰੇ ਭੂਰੇ ਨੂੰ ਖਾਂਦਾ ਤਾਂ ਕਿ ਆਪਣੇ ਆਪ ਨੂੰ ਜਿੰਦਾ ਰੱਖ ਸਕੇ। ਉਸ ਨੇ ਆਖਿਆ ਕਿ ਉਹ ਇੰਨਾ ਨਿਰਾਸ਼ ਸੀ ਕਿ ਉਹ ਜੋ ਕੁਝ ਵੀ ਉਸ ਨੂੰ ਦਿੰਦੀ ਉਹ ਇੱਕ ਭਿਖਾਰੀ ਦੀ ਤਰ੍ਹਾਂ ਵੱਡੀ ਚਾਹਤ ਤੇ ਸ਼ੁਕਰ ਕਰਕੇ ਕਬੂਲ ਕਰਦਾ ਸੀ। ਆਖਰਕਾਰ ਉਹ ਇਸ ਘਰੋਂ ਭੱਜ ਨਿਕਲਿਆ ਅਤੇ ਉਸ ਟਾਪੂ ਦੇ ਸਮੁੰਦਰੀ ਕੰਢੇ ਜਾ ਕੇ ਆਸ ਕਰਦਿਆਂ ਇੱਕ ਅੱਧਾ ਜਲਾਈ ਕਿ ਸ਼ਾਇਦ ਕੋਈ ਪ੍ਰਸਿੱਧ ਜਾਣ ਵਾਲਾ ਸਮੁੰਦਰੀ ਜਹਾਜ਼ ਉਸ ਨੂੰ ਦੇਖ ਲਵੇ ਅਤੇ ਅੰਤ ਨੂੰ ਉਸ ਸਮੁੰਦਰੀ ਜਹਾਜ਼ ਨੇ ਉਸ ਨੂੰ ਵੇਖ ਲਿਆ। ਉਸ ਦੇ ਜੀਵਨ ਦੇ ਇਸ ਭਾਗ ਵਿੱਚ ਇੰਤਜ਼ਾਮ ਇੱਕ ਬਹੁਤ ਹੀ ਵੱਡੀ ਕਹਾਣੀ ਹੈ। ਉਹ ਉਸ ਜਹਾਜ਼ ਵਿੱਚ ਚੜ੍ਹ ਗਿਆ ਅਤੇ ਮਾਰਚ 1748 ਤੱਕ ਇੱਕ ਸਾਲ ਉਸ ਜਹਾਜ਼ ਵਿੱਚ ਕੰਮ ਕੀਤਾ ਅਤੇ ਉਸੇ ਸਾਲ ਉਹ ਜਹਾਜ਼ ਵਾਪਸ ਇੰਗਲੈਂਡ ਨੂੰ ਚਲਾ ਗਿਆ। ਉਹਦੀ ਵਾਪਸੀ ਦੀ ਯਾਤਰਾ ਦੇ ਦੌਰਾਨ ਪਰਮੇਸ਼ਰ ਨੇ ਜੌਨ ਨਿਊਟਨ ਦੇ ਜੀਵਨ ਵਿੱਚ ਕੁਝ ਕੀਤਾ ਜੋ ਕਿ ਅੱਜ ਸਾਡੇ ਅਮੇਜ਼ਿੰਗ ਗ੍ਰੇਸ ਭਜਨ ਨੂੰ ਗਾਉਣ ਦਾ ਕਾਰਨ ਹੈ। ਜੀ ਹਾਂ, ਜੌਨ ਨਿਊਟਨ ਨੇ ਆਪਣੇ ਬਚਾਓ ਦੀ ਚਾਹਤ ਮੇਰੀ ਕੈਟਲੈਡ ਨਾਂ ਦੀ ਇੱਕ ਔਰਤ ਨਾਲ ਵਿਆਹ ਕਰ ਲਿਆ। ਉਸ ਨੇ ਕੁਝ ਅਲੱਗ ਜੀਵਨ ਜਿਉਣਾ ਆਰੰਭ ਕੀਤਾ। ਉਹ ਸ਼ਾਇਦ ਅਜੇ ਵੀ ਸਮੁੰਦਰੀ ਜਹਾਜ਼ ਵਿੱਚ ਨੌਕਰੀ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ। ਉਸ ਨੇ ਸਮੁੰਦਰੀ ਯਾਤਰਾ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਉਹ ਘਰ ਹੀ ਰਿਹਾ ਅਤੇ ਲਿਫੋਨ ਵਿਖੇ ਇੱਕ ਨੌਕਰੀ ਕਰਦਾ ਹੋਇਆ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦੀ ਦੇਖਭਾਲ ਕਰਦਾ ਸੀ। ਪਰ ਉਸ ਨੇ ਆਪਣੇ ਜੀਵਨ ਦੇ ਉਸ ਦੁਰਭਾਗੇ ਵਿੱਚ ਇਹ ਸਮਝਣਾ ਸ਼ੁਰੂ ਕਰ ਦਿੱਤਾ ਸੀ ਕਿ ਪਰਮੇਸ਼ਰ ਉਸ ਦੇ ਜੀਵਨ ਵਿੱਚ ਕਾਰਜਸ਼ੀਲ ਸੀ। ਹੁਣ ਇਹ ਇੱਕ ਮਸੀਹ ਹੋ ਚੁੱਕਾ ਸੀ। ਉਸ ਨੇ ਸੋਚਿਆ ਸੀ ਕਿ ਇੱਕ ਦਿਨ ਹੋ ਸਕਦਾ ਹੈ ਕਿ ਪਰਮੇਸ਼ਰ ਚਾਹੇ ਕਿ ਮੈਂ ਇੱਕ ਸੇਵਕ ਹੋਵਾਂ ਅਤੇ ਜੇਕਰ ਮੈਂ ਇੱਕ ਸੇਵਕ ਬਣ ਜਾ ਰਿਹਾ ਹਾਂ ਤਦ ਮੈਨੂੰ ਤਿਆਰ ਹੋਣ ਦੀ ਜ਼ਰੂਰਤ ਹੈ। ਉਸ ਨੇ 2 ਸਾਲ ਆਮ ਸਿੱਖਿਆ ਪ੍ਰਾਪਤ ਕੀਤੀ। ਉਹ ਕਿਸੇ ਬਾਈਬਲ ਸਕੂਲ ਨੂੰ ਨਹੀਂ ਸੀ ਗਿਆ, ਕੋਈ ਕਾਲਜ ਨਹੀਂ ਗਿਆ। ਇਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸਿਖਾਉਣਾ ਸ਼ੁਰੂ ਕੀਤਾ। ਉਸ ਨੇ ਯੂਨਾਨੀ, ਇਬਰਾਨੀ ਅਤੇ ਸੀਰੀਆ ਭਾਸ਼ਾਵਾਂ ਸਿੱਖੀਆਂ। ਉਸ ਨੇ ਲਿਤਾਨੀ, ਅੰਗਰੇਜ਼ੀ ਅਤੇ ਫਰੀਸੀ ਭਾਸ਼ਾ ਸਿੱਖੀ। ਉਸ ਨੇ ਜ਼ਿਆਦਾਤਰ ਸਮਾਂ ਬਾਈਬਲ ਬਾਣੀ ਬਾਰੇ ਧਿਆਨ ਲਗਾਉਂਦੇ ਗੁਜ਼ਾਰਿਆ। ਇਸ ਤਰ੍ਹਾਂ 1664 ਈਸਵੀ ਵਿੱਚ ਉਸ ਨੇ ਓਲੀਆਂ ਇੱਥੇ ਚਰਚ ਆਫ ਇੰਗਲੈਂਡ ਦਾ ਪਾਦਰੀ ਵਜੋਂ ਸੇਵਕ ਹੋਣ ਲਈ ਬੁਲਾਏ ਨੂੰ ਕਬੂਲ ਕੀਤਾ। 16 ਸਾਲ ਉੱਥੇ ਸੇਵਾ ਕਰਨ ਤੋਂ ਬਾਅਦ 27 ਸਾਲ ਸੰਤ ਮਰੀਅਮ ਵੁਲਦਨ ਚਰਚ ਲੰਡਨ ਵਿਖੇ ਸੇਵਾ ਕੀਤੀ ਅਤੇ ਆਪਣੇ ਆਖਰੀ ਸੰਦੇਸ਼ ਦਾ ਪ੍ਰਚਾਰ 81 ਸਾਲ ਦੀ ਉਮਰ ਵਿੱਚ ਕੀਤਾ। ਉਸ ਦੇ ਦੋਸਤ ਜਦੋਂ ਉਸ ਨੂੰ ਪ੍ਰਚਾਰ ਸੇਵਾ ਛੱਡਣ ਲਈ ਆਖਦੇ ਤਦ ਉਹ ਆਖਦਾ ਹੁੰਦਾ ਸੀ ਕਿ ਇਹ ਬੁੱਢਾ ਅਫਰੀਕੀ ਪਰਮੇਸ਼ਰ ਦਾ ਨਿੰਦਕ ਉਦੋਂ ਤੱਕ ਪ੍ਰਚਾਰ ਕਰਨਾ ਬੰਦ ਕਰ ਸਕਦਾ ਹੈ ਜਦੋਂ ਤੱਕ ਕਿ ਉਸ ਦਾ ਸਾਹ ਚੱਲਦਾ ਹੈ। ਇਸ ਤਰ੍ਹਾਂ ਉਸ ਨੇ ਠੀਕ ਅੰਤ ਤੱਕ ਪ੍ਰਚਾਰ ਕੀਤਾ। ਇਹ ਸਾਡੇ ਸਭਨਾਂ ਲਈ ਇੱਕ ਮਹਾਨ ਉਤਸ਼ਾਹ ਵਾਲੀ ਗੱਲ ਹੈ। ਜੋ ਵੀ ਪ੍ਰਚਾਰ ਕਰਦਾ ਹੈ, ਸਰੋਤਾ ਦੋਸਤੋ, ਆਪਣੇ ਇਸ ਭਜਨ ਅਮੇਜ਼ਿੰਗ ਗ੍ਰੇਸ ਦੀ ਕਹਾਣੀ ਅਤੇ ਇਸ ਦੇ ਲੇਖਕ ਦੀ ਕਹਾਣੀ ਨੂੰ ਸੁਣ ਚੁੱਕੇ ਹੋ। ਹੁਣ ਮੈਂ ਆਪ ਨੂੰ ਇਸ ਸੰਦੇਸ਼ ਦੀ ਕਹਾਣੀ ਦੱਸਣੀ ਚਾਹੁੰਦਾ ਹਾਂ। ਇਹਦੇ 200 ਤੋਂ ਵੱਧ ਸਾਲ ਤੱਕ ਲਗਾਤਾਰ ਜਾਰੀ ਰਹਿਣ ਦੇ ਪਿੱਛੇ ਕੁਝ ਖਾਸ ਕਾਰਨ ਹੈ। ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਹਨ ਕਿ ਕਿਰਪਾ ਦੇ ਬਾਰੇ ਇੰਨੀ ਹੈਰਾਨ ਕਰਨ ਵਾਲੀ ਕੀ ਚੀਜ਼ ਹੈ। ਇਹ ਅਮੇਜ਼ਿੰਗ ਗ੍ਰੇਸ ਭਜਨ ਪਰਮੇਸ਼ਰ ਦੀ ਕਿਰਪਾ ਦੀ ਰੂਪ ਰੇਖਾ ਬਿਆਨ ਕਰਦਾ ਹੈ ਜੋ ਆਪ ਬਾਈਬਲ ਤੋਂ ਬਾਹਰ ਵੇਖ ਸਕਦੇ ਹੋ। ਇਹ ਉਸ ਨੂੰ ਸੰਗੀਤ ਦਾ ਰੂਪ ਦਿੰਦੀ ਹੈ ਜਿਸ ਨੂੰ ਸੰਸਾਰ ਨੇ ਨਵੇਂ ਸਿਰਿਓਂ ਖੋਜਣ ਦੀ ਜ਼ਰੂਰਤ ਹੈ। ਉਸ ਅਤੁੱਲ ਸੱਚਾਈ ਦੀ ਜੋ ਕਿ ਅਤੁੱਲ ਪਰਮੇਸ਼ਰ ਪਿਆਰ ਦੇ ਪਿੱਛੇ ਛੁਪੀ ਹੋਈ ਹੈ। ਬਾਈਬਲ ਦੇ ਨਵੇਂ ਨੇਮ ਵਿੱਚ ਕਿਰਪਾ ਸ਼ਬਦ ਬਹੁਤ ਹੀ ਮਹੱਤਵਪੂਰਨ ਸ਼ਬਦ ਹੈ। ਇਹ ਸ਼ਬਦ ਮੂਲ ਯੂਨਾਨੀ ਵਿੱਚੋਂ ਕੈਰਿਸ ਹੈ। ਜਦੋਂ ਅਸੀਂ ਕੈਰਿਸਮੈਟਿਕ ਆਖਦੇ ਹਾਂ ਤਦ ਸ਼ਾਇਦ ਆਪ ਇਸ ਸ਼ਬਦ ਕੈਰਿਸ ਬਾਰੇ ਸੋਚਦੇ ਹੋਵੋਗੇ। ਇਹ ਸ਼ਬਦ ਉਸ ਸ਼ਬਦ ਦਾ ਇੱਕ ਹਿੱਸਾ ਹੈ ਜੋ ਕਿ ਕੈਰਿਸਮੈਟਿਕ ਹੈ। ਉਹ ਉਹੀ ਹੈ ਜੋ ਕਿ ਵਰਦਾਨ ਪਾਇਆ ਹੋਇਆ ਹੈ, ਜਾਂ ਫਿਰ ਜੇਕਰ ਆਪ ਇਸ ਬਾਰੇ ਰੂਹਾਨੀ ਤੌਰ ਤੇ ਸੋਚਦੇ ਹੋ ਤਦ ਇਹ ਉਹੀ ਹੁੰਦਾ ਹੈ ਜੋ ਆਤਮਿਕ ਵਰਦਾਨਾਂ ਵਿੱਚ ਸ਼ਾਮਲ ਹੋਵੇ। ਜੀ ਹਾਂ, ਕੈਰਿਸ ਇੱਕ ਵਰਦਾਨ ਹੈ।
ਨਾ ਰੋਕ ਰੱਖਣ ਵਾਲਾ ਪਰਮੇਸ਼ਰ ਦਾ ਪੱਖ ਹੈ। ਇਸ ਤਰ੍ਹਾਂ ਜੋ ਕਿਰਪਾ ਹੈ ਇਹ ਪਰਮੇਸ਼ਰ ਵੱਲੋਂ ਸਾਡੇ ਵਾਸਤੇ ਵਰਦਾਨ ਹੈ। ਇਹ ਪਰਮੇਸ਼ਰ ਦਾ ਉਹ ਪੱਖ ਹੈ ਜਿਸ ਉੱਤੇ ਸਾਡਾ ਕੋਈ ਹੱਕ ਨਹੀਂ ਬਣਦਾ। ਕਿਸੇ ਨੇ ਆਖਿਆ ਸੀ ਕਿ ਆਪ ਕਿਰਪਾ ਨੂੰ ਜੀਜਸ ਵਜੋਂ ਲਿਖਦੇ ਹੋ, ਕਿਉਂਕਿ ਆਪ ਗੌਰ ਕਰੋ ਕਿ ਜਦੋਂ ਤੱਕ ਯੀਸ਼ੂ ਜੀ ਨਹੀਂ ਸੀ ਆਏ ਅਤੇ ਸਾਡਾ ਮੁਕਤੀਦਾਤਾ ਨਹੀਂ ਸੀ ਬਣੇ, ਲੋਕ ਕਿਰਪਾ ਨੂੰ ਨਹੀਂ ਸੀ ਸਮਝਦੇ। ਯੀਸ਼ੂ ਕਿਰਪਾ ਦਾ ਪ੍ਰਪੱਕ ਰੂਪ ਹੈ। ਅਸਲ ਵਿੱਚ ਇਹੋ ਹੀ ਹੈ ਜੋ ਯਹੂਨਾ ਦੀ ਅੰਜੀਲ ਇਸ ਦੇ ਪਹਿਲੇ ਅਧਿਆਇ ਵਿੱਚ ਸਾਨੂੰ ਸਿਖਾਉਂਦਾ ਹੈ। ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਲੜੀਵਾਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਉਮੀਦ ਕਰਦਾ ਹਾਂ ਕਿ ਪਰਮੇਸ਼ਰ ਦੀ ਮਹਾਨ ਕਿਰਪਾ ਨੇ ਤੁਹਾਨੂੰ ਸਾਰਿਆਂ ਨੂੰ ਛੂਹਿਆ ਹੋਵੇਗਾ ਤੇ ਤੁਸੀਂ ਸਾਰਿਆਂ ਨੇ ਸਾਡੇ ਅੱਜ ਦੇ ਪ੍ਰੋਗਰਾਮ ਦਾ ਬਹੁਤ ਆਨੰਦ ਮਾਣਿਆ ਹੋਵੇਗਾ। ਦੋਸਤੋ, ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਬਾਈਬਲ ਧਰਮ ਸ਼ਾਸਤਰ ਦੇ ਨਵੇਂ ਨੇਮ ਦੇ ਵਿੱਚ ਕਿਰਪਾ ਸ਼ਬਦ ਦਾ 155 ਵਾਰ ਇਸਤੇਮਾਲ ਕੀਤਾ ਗਿਆ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਭੈਣ ਰਜੀਆ ਦੇ ਉਦਾਹਰਣ ਨੂੰ ਵੇਖਿਆ ਕਿ ਕਿਵੇਂ ਉਸਨੇ ਉਹਨਾਂ ਲੋਕਾਂ ਨੂੰ ਮਾਫ ਕੀਤਾ ਜਿਨ੍ਹਾਂ ਕਰਕੇ ਉਹਦਾ ਤੇ ਉਹਦੀ ਭਤੀਜੀ ਦਾ ਐਕਸੀਡੈਂਟ ਹੋ ਗਿਆ ਸੀ। ਰਜੀਆ ਦੇ ਬਿਆਨਾਂ ਕਰਕੇ ਸ਼ਾਮੇ ਨੂੰ, ਜਿਹੜਾ ਕਿ ਰਾਜੀਆ ਦਾ ਦੋਸ਼ੀ ਸੀ, ਉਹਨੂੰ ਸਿਰਫ 6 ਮਹੀਨਿਆਂ ਦੀ ਹੋਈ ਸਜ਼ਾ ਹੋਈ। ਅਦਾਲਤ ਦੇ ਵਿੱਚ ਜੱਜ ਸਾਹਿਬ ਦੇ ਫੈਸਲਾ ਦੇਣ ਤੋਂ ਬਾਅਦ ਉੱਥੇ ਸ਼ਾਮਿਲ ਲੋਕਾਂ ਨੇ ਕਿਹਾ ਕਿ ਇਹ ਤਾਂ ਕਿਰਪਾ ਦਾ ਹੀ ਫਲ ਹੈ, ਕਿਰਪਾ ਦਾ ਫਲ। ਸੱਚਮੁੱਚ ਇਹ ਤਾਂ ਕਿਰਪਾ ਦਾ ਹੀ ਫਲ ਸੀ। ਜਦੋਂ ਅਸੀਂ ਇਸ ਕਹਾਣੀ ਨੂੰ ਸੁਣਦੇ ਹਾਂ ਤਾਂ ਇਸ ਤੇ ਵਿਸ਼ਵਾਸ ਕਰਨਾ ਥੋੜਾ ਮੁਸ਼ਕਿਲ ਲੱਗਦਾ ਹੈ। ਇਸੇ ਕਰਕੇ ਤਾਂ ਇਹ ਇੱਕ ਹੈਰਾਨ ਕਰਨ ਵਾਲੀ ਗੱਲ ਹੈ। ਦੋਸਤੋ, ਕਿਰਪਾ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਬਦਲ ਦਿੰਦੀ ਹੈ ਅਤੇ ਸਾਡੇ ਖਿਆਲਾਂ ਨੂੰ ਵੀ ਬਦਲ ਦਿੰਦੀ ਹੈ। ਇਸੇ ਤਰ੍ਹਾਂ ਅਸੀਂ ਜੌਨ ਨਿਊਟਨ ਦੇ ਬਾਰੇ ਵੇਖਿਆ, ਜਿਹੜਾ ਕਿਰਪਾ ਦੇ ਉੱਤੇ ਸਾਨੂੰ ਇੱਕ ਬਹੁਤ ਹੀ ਉਮਦਾ ਕਿਸਮ ਦਾ ਗੀਤ ਦੇ ਗਿਆ। ਦੋਸਤੋ, ਪਰਮੇਸ਼ਰ ਨੇ ਸਾਨੂੰ ਆਪਣੀ ਕਿਰਪਾ ਦੇ ਦੁਆਰਾ ਬਚਾਇਆ ਹੈ। ਮੈਨੂੰ ਉਮੀਦ ਹੈ ਕਿ ਇਸ ਪ੍ਰੋਗਰਾਮ ਦੇ ਰਾਹੀਂ ਤੁਸੀਂ ਆਪਣੇ ਜੀਵਨ ਦੇ ਵਿੱਚ ਕਿਰਪਾ ਅਤੇ ਗਿਆਨ ਦਾ ਵਾਧਾ ਹੁੰਦਾ ਹੋਇਆ ਮਹਿਸੂਸ ਕਰੋਗੇ। ਤੁਸੀਂ ਕਿਰਪਾ ਦੇ ਦੁਆਰਾ ਆਉਣ ਵਾਲੇ ਸਮੇਂ ਵਿੱਚ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਆਸ਼ੀਸ਼ਾਂ ਨੂੰ ਹੋਰ ਜ਼ਿਆਦਾ ਬਹੁਤਾਇਤ ਦੇ ਨਾਲ ਆਪਣੇ ਜੀਵਨ ਵਿੱਚ ਆਉਂਦਾ ਹੋਇਆ ਮਹਿਸੂਸ ਕਰੋਗੇ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਾ ਸਾਨੂੰ ਜ਼ਰੂਰ ਦੱਸੋ। ਹੁਣ ਸਾਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਨੂੰ ਦੇਖਣਾ ਨਾ ਭੁੱਲਣਾ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।